ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀ, ਸੇ ਘਰ ਭਾਗਟ ਦੇਖ। ਧੰਨ ਗੁਰੂ ਨਾਨਕ ਬਾਬਾ ਜੀ ਦਾ ਇਹ ਬਚਨ ਹੈ, ਜਿਨ੍ਹਾਂ ਨੇ ਕਰਤਾਰਪੁਰ ਵਿਖੇ ਜਿੱਥੇ ਕਿਰਸਾਣੀ ਆਪ ਕੀਤੀ, ਉੱਥੇ ਕਿਰਸਾਨ ਦੀ ਉਦਾਹਰਨ ਦੇ ਕੇ ਰੱਬ ਨੂੰ ਪਾਉਣ ਦਾ ਵੀ ਤਰੀਕਾ ਇਸ ਸ਼ਬਦ ਰਾਹੀਂ ਸਾਨੂੰ ਦੱਸਿਆ ਹੈ। ਉਸੇ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਹਿਣ ਦਾ ਵੀ ਜੋ ਸਾਡੇ ਵਿੱਚ ਸਪਿਰਿਟ ਪੈਦਾ ਕੀਤੀ, ਉਹ ਵੀ ਸਾਨੂੰ ਯਾਦ ਹੈ। ਤੇ ਉਸੇ ਹੀ ਉਪਦੇਸ਼ ਦੀ ਕਮਾਈ ਕਰਨ ਵਾਲੇ ਕਈ ਜੁਝਾਰੂ ਸਿੰਘਾਂ ਨੇ, ਉਹਦੇ ਵਿੱਚੋਂ ਸਰਦਾਰ ਬਘੇਲ ਸਿੰਘ ਨੂੰ ਆਪਾਂ ਯਾਦ ਕਰ ਰਹੇ ਹਾਂ, ਜਿਹਨੇ ਦਿੱਲੀ ਨੂੰ ਕਈ ਵਾਰੀ ਫਤਿਹ ਕੀਤਾ। ਭਾਵੇਂ ਸਮੇਂ ਦੀਆਂ ਸਰਕਾਰਾਂ ਕੋਈ ਵੀ ਹੋਣ, ਪਰ ਜਦੋਂ ਹੱਕ ਹਕੂਕ ਦੀ ਗੱਲ ਹੋਈ, ਜਦੋਂ ਮਨੁੱਖਤਾ ਦੇ ਨਾਲ ਨਾ ਇਨਸਾਫੀ ਦੀ ਗੱਲ ਹੋਈ, ਉਦੋਂ ਗੁਰੂ ਬਾਬੇ ਦੇ ਵਾਰਸ ਹਮੇਸ਼ਾ ਹੀ ਖੜ੍ਹੇ ਹੋਏ ਨੇ। ਅੱਜ ਜੋ ਪੰਜਾਬ ਦਾ ਕਿਸਾਨ ਨਹੀਂ, ਪੂਰੇ ਭਾਰਤ ਵਰਸ਼ ਦਾ ਕਿਸਾਨ ਜਿਹੜਾ ਹੈ, ਬੜੇ ਲੰਮੇ ਸਮੇਂ ਤੋਂ ਸਟਰਗਲ ਕਰ ਰਿਹਾ ਹੈ ਅਤੇ ਉਹ ਸਰਕਾਰੀ ਨੀਤੀਆਂ ਕਰਕੇ ਹੀ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਦਿਨੋਂ ਦਿਨ ਉਹਦੀ ਹਾਲਤ ਜਿਹੜੀ ਆ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਹੁਣ ਅਜੋਕੇ ਸਮੇਂ 'ਚ ਤੁਸੀਂ ਸਾਰੇ ਜਾਣੂ ਹੋ, ਇਹ ਇਕੱਲਾ ਕਿਸਾਨ ਦਾ ਜੋ ਸੰਘਰਸ਼ ਨਹੀਂ ਹੈ, ਇਹ ਸਮੁੱਚੇ ਭਾਰਤ ਦੇ ਹਰ ਇੱਕ ਨਾਗਰਿਕ ਦਾ ਸੰਘਰਸ਼ ਹੋਣਾ ਚਾਹੀਦਾ ਕਿ ਕਿਤੇ ਨਾ ਕਿਤੇ ਜਿਹੜੀ ਇਹ ਅੰਗਲੀ ਸੰਗਲੀ ਹੈ, ਇਹ ਕਿਰਸਾਨੀ ਦੇ ਨਾਲ ਹੀ ਜੁੜੀ ਆ। ਜੇ ਹਿੰਦੁਸਤਾਨ ਦੀ ਇਕੋਨਮੀ ਜਿਹੜੀ ਆ 75% 75% ਜਿਹੜੇ ਨੇ ਉਹ ਕਿਸਾਨੀ ਕਿੱਤਿਆਂ ਨਾਲ ਜੁੜੇ ਨੇ, ਭਾਵੇਂ ਸ਼ੂਗਰ ਮਿੱਲਾਂ ਹੋਣ, ਭਾਵੇਂ ਉਹ ਰਾਈਸ ਮਿੱਲਾਂ ਹੋਣ, ਫਲਾਵਰ ਮਿੱਲਾਂ ਹੋਣ। ਉਹ ਜਿਹੜੀ ਇਕੋਨਮੀ ਆ ਕਿਸਾਨ ਦੀ ਮਿਹਨਤ ਕਰਕੇ ਜਿਹੜੀ ਆ ਜੁੜੀ ਆ, ਅਤੇ ਉਸੇ ਦੇ ਨਾਲ ਹੀ ਧੱਕਾ ਹੋ ਰਿਹਾ। ਮੈਂ ਜ਼ਿਆਦਾ ਲੰਮਾ ਨਾ ਜਾਵਾਂ, ਸੋ ਸਮੂਹ ਰਾਗੀ ਸਿੰਘਾਂ ਵੱਲੋਂ ਇਹ ਸੁਨੇਹਾ ਜਿਹੜਾ ਹੈ ਆਪਣੇ ਜਿੱਥੇ ਕਿਸਾਨ ਭਰਾਵਾਂ ਲਈ ਹੈ, ਜਿਹੜੇ ਕਿ ਇਸ ਟਾਈਮ ਦਿੱਲੀ ਦੀ ਠੰਡ ਵਿੱਚ ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ, ਬੱਚੇ ਜਿੰਨੇ ਵੀ ਉੱਥੇ ਬੈਠ ਕੇ ਜਿਹੜੇ ਆ ਡਟ ਕੇ ਮੁਕਾਬਲਾ ਕਰ ਰਹੇ ਨੇ, ਸਰੀਰਕ ਕਸ਼ਟ ਸਹਾਰ ਰਹੇ ਨੇ, ਉਹਨਾਂ ਲਈ ਅਸੀਂ ਅਰਦਾਸ ਵੀ ਕਰਦੇ ਹਾਂ। ਅਤੇ ਜੋ ਸਾਡੇ ਸਾਰੇ ਕੀਰਤਨੀਆਂ ਦਾ, ਪ੍ਰਚਾਰਕਾਂ ਦਾ ਜੋ ਪ੍ਰਤੀਕਰਮ ਹੈ, ਜੋ ਉਹਨਾਂ ਲਈ ਸੰਦੇਸ਼ ਹੈ, ਜਿੱਥੇ ਸਰਕਾਰ ਨੂੰ ਸੰਦੇਸ਼ ਹੈ, ਉੱਥੇ ਆਪਣੇ ਭਰਾਵਾਂ ਨੂੰ ਵੀ ਸੁਨੇਹੇ, ਉਹਨਾਂ ਲਈ ਅਰਦਾਸਾਂ ਜਿਹੜੀਆਂ ਨੇ, ਆਓ ਸਾਰਿਆਂ ਦੇ ਸੁਨੇਹੇ ਆਪ ਜੀ ਨਾਲ ਸਾਂਝੇ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜੋ ਇਸ ਵਕਤ ਅਸੀਂ ਕੈਲੀਫੋਰਨੀਆ ਦੀ ਧਰਤੀ ਤੋਂ ਸਮੂਹ ਸੰਗਤ ਦੇ ਨਾਲ, ਸਮੂਹ ਆਪਣੇ ਵੀਰਾਂ ਭਰਾਵਾਂ ਦੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਜੋ ਭਾਰਤ ਦੇ ਵਿੱਚ ਇਸ ਵਕਤ ਹਾਲਾਤਾਂ ਨੂੰ ਆਪਾਂ ਸਾਰੇ ਹੀ ਜਾਣੂ ਹਾਂ। ਸਾਡੇ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਮੁਜ਼ਾਹਰੇ ਕਰ ਰਹੇ ਹਨ ਔਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੋ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਦੇ ਹਾਂ ਔਰ ਅਰਦਾਸ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਇਹਨਾਂ ਨੂੰ ਕਾਮਯਾਬੀ ਬਖਸ਼ੇ ਔਰ ਹਰ ਬੰਦਾ ਜੋ ਹੈ ਕਿ ਆਪਣੀ ਰੋਜੀ ਰੋਟੀ ਨੂੰ ਆਪਣੀ ਨੂੰ ਸਿਕਿਉਰ ਕਰ ਸਕੇ ਔਰ ਪਾਤਸ਼ਾਹ ਕਿਰਪਾ ਕਰਨ, ਇਹਨਾਂ ਨੂੰ ਸਫਲਤਾ ਬਖਸ਼ਿਸ਼ ਕਰਨ ਔਰ ਦੇਸ਼ ਦਾ ਜੋ ਕਿਸਾਨ ਹੈ ਉਹ ਖੁਸ਼ਹਾਲ ਰਵੇ ਔਰ ਸਾਰਿਆਂ ਤੱਕ ਜੋ ਹੈ ਉਹ ਜੋ ਅੰਨ ਪਹੁੰਚਾਉਂਦਾ ਹੈ, ਉਹਦੀ ਬੜੀ ਵੱਡੀ ਮੁੱਲੀ ਸੇਵਾ ਹੈ, ਉਹ ਮਹਾਰਾਜ ਉਹਨੂੰ ਇਹਦੇ ਵਿੱਚ ਸਮਰਥਨ ਬਖਸ਼ਿਸ਼ ਕਰਨ, ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਇਸ ਸਮੇਂ ਅਸੀਂ ਵੈਸਟ ਸੈਕਰਾਮੈਂਟੋ ਗੁਰੂ ਘਰ ਵਿੱਚ ਕੀਰਤਨ ਕਰ ਰਹੇ ਹਾਂ। ਤੋ ਬੇਨਤੀ ਹੈ, ਜੋ ਅੱਜ ਮਸਲਾ ਚੱਲ ਰਿਹਾ ਹੈ ਕਿਸਾਨਾਂ ਦਾ ਹਿੰਦੁਸਤਾਨ ਦੇ ਵਿੱਚ, ਜੋ ਉਹਨਾਂ ਨੂੰ ਪੀੜਤ ਕੀਤਾ ਜਾ ਰਿਹਾ ਹੈ ਔਰ ਕਾਨੂੰਨ ਦੇ ਦਾਇਰੇ ਵਿੱਚ ਉਹਨਾਂ ਦੇ ਸਕੰਜਾ ਕੱਸ ਕੇ ਤੋਂ ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੇ ਹੱਕਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੋ ਇਹ ਸਰਮਾਏਦਾਰੀ ਜਿਹੜੀ ਪ੍ਰਥਾ ਹੈ, ਇਸ ਨੂੰ ਪਹਿਲਾਂ ਵੀ ਨਕੇਲ ਪਾਈ ਸੀ ਜਦੋਂ ਸਿੱਖ ਰਾਜ ਆਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਉਸ ਨੇ ਸਭ ਤੋਂ ਪਹਿਲਾਂ ਜਿਹੜਾ ਕਦਮ ਚੁੱਕਿਆ ਸੀ ਕਿ ਸਰਮਾਏਦਾਰੀ ਤੋਂ ਉਹਨਾਂ ਦੇ ਚੁੰਗਲ 'ਚੋਂ ਕੱਢ ਕੇ ਜੋ ਜਗ੍ਹਾ ਸਨ, ਜੋ ਜ਼ਮੀਨਾਂ ਸਨ ਕਿਸਾਨਾਂ ਦੀਆਂ, ਉਹਨਾਂ ਦਾ ਹੱਕ ਉਹਨਾਂ ਨੂੰ ਦਿਵਾਇਆ ਸੀ। ਪਰ ਬਾਅਦ ਵਿੱਚੋਂ ਜੋ ਕਾਨੂੰਨ ਬਣਾਇਆ ਜਾਂਦਾ ਇਸ ਸਰਮਾਏਦਾਰਾਂ ਵਾਸਤੇ, ਜੋ ਧਨੀ ਮਾਨੀ ਬੰਦੇ ਹੁੰਦੇ ਹਨ, ਇੱਕ ਦੋ ਉਹਨਾਂ ਨੂੰ ਇਹ ਸਹੂਲਤ ਦੇਣ ਵਾਸਤੇ ਵੀ ਕਿਸਾਨ ਦੇ ਪੱਲੇ ਕੱਖ ਵੀ ਨਾ ਰਵੇ, ਕਿਉਂਕਿ ਕਿਸਾਨ ਬੜੀ ਮਿਹਨਤ ਕਰਦਾ ਹੈ, ਆਪਣੀ ਧਰਤੀ ਨੂੰ ਵਾਹੁੰਦਾ ਹੈ ਅਤੇ ਧਰਤੀ ਨੂੰ ਸੱਚੇ ਪਾਤਸ਼ਾਹ ਜੀ ਨੇ ਮਾਤਾ ਆਖਿਆ, ਸਾਡੀ ਮਾਂ ਹੈ ਧਰਤੀ।
तो जो इतनी मेहनत करता जो ਉਹਦਾ ਜੀਵਨ ਇਤਨਾ ਸੁਖੈਨ ਤੇ ਸੁਖਾਲਾ ਨਹੀਂ ਤੇ ਸਾਡੇ ਜੀਵਨ ਦੇ ਵਿੱਚ ਤਰਕਾਰ ਹੈ। तो ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਔਰ ਜਿਨ੍ਹਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ, ਮੈਂ ਔਰ ਮੇਰੇ ਸਾਰੇ ਜੋ ਇੱਥੋਂ ਦੇ ਮੈਂਬਰਾਂ ਹਨ ਸਾਰੇ ਉਹਨਾਂ ਦੇ ਨਾਲ ਹਾਂ ਔਰ ਹਰਿਮੰਦਰ ਸਾਹਿਬ ਦੇ ਸਾਰੇ ਕੀਰਤਨੀ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ। तो मैं भी किसानों के हक दे विच और उन्होंने नाल मैं खड़ा हाँ तो सतगुरु सच्चे पातशाह कृपा करन जल्दी तो जल्दी उन्होंने हक हकूक उन्होंने वापस मिलन ताकि उन्होंने जीवन जो है उन्होंने परिवारों का जीवन जो है वो सुखैन हो सके। वाहिगुरू जी का खालसा वाहिगुरू जी की फतेह। कबीर जोरी किया सो जुल्म है, ले जवाब खुदाए, दरगह लेखा निकसै, मार मोहे मोए खाए। ਭਾਰਤ ਦੀ ਧਰਤੀ 'ਚ, ਇੰਡੀਆ ਦੀ ਧਰਤੀ 'ਚ ਕਿਸਾਨਾਂ ਨਾਲ ਹੋ ਰਹੇ ਧੱਕੇ, ਉਹਨਾਂ ਦੇ ਉੱਪਰ ਵਾਟਰ ਕੈਨਨ ਦੇ ਔਰ ਅਥਰੂ ਗੈਸ ਦੇ ਗੋਲੇ ਪਥਰਾਓ ਕਰਨਾ, ਉਹਨਾਂ ਦੀਆਂ ਜ਼ਮੀਨਾਂ ਉਹਨਾਂ ਕੋਲੋਂ ਹੀ ਖੋਹ ਕੇ ਉਹਨਾਂ ਨੂੰ ਗੁਲਾਮ ਬਣਾਉਣਾ, ਉਹਨਾਂ ਦੇ ਹੱਕ ਖੋਹ ਲੈਣੇ। ਥੋੜ੍ਹੇ ਜਿਹੇ ਜਿਹੜੇ 2-4 ਵਿਅਕਤੀ ਹਨ ਵੱਡੇ ਉਦਯੋਗਪਤੀ, ਉਹਨਾਂ ਤੱਕ ਸਾਰੇ ਦਾ ਸਾਰਾ ਦੇ ਦੇਣਾ ਔਰ ਗੁਲਾਮ ਬਣਾਉਣ ਦੀ ਨੀਤੀ ਜੋ ਭਾਰਤ ਗੌਰਮੈਂਟ ਦੀ ਹੈ ਉਸ ਦੀ ਸਖਤ ਨਿਖੇਧੀ ਕਰਦੇ ਹਾਂ। ਅਸੀਂ ਪੁਰਜ਼ੋਰ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਕਿਸਾਨਾਂ ਦੇ ਨਾਲ ਕਿਸਾਨ ਅੰਦੋਲਨ ਵਿੱਚ ਡਟ ਕੇ ਖੜ੍ਹੇ ਹਾਂ। ਅਸੀਂ ਸਾਰੇ ਬਾਹਰ ਹਰ ਇੱਕ ਧਰਤੀ 'ਤੇ ਬੈਠੇ ਜਿੰਨੇ ਫਾਰਮਰ, ਕਿਉਂਕਿ ਕਿਸਾਨ ਧਰਤੀ ਦਾ ਮੋਢੀ ਹੈ, ਇਹ ਅੰਨ ਧਨ ਪੈਦਾ ਕਰਦਾ ਹੈ। ਹਰ ਵਰਗ ਦੇ ਲੋਕਾਂ ਨੂੰ ਕਿਸਾਨ ਦਾ ਬੀਜਿਆ ਹੋਇਆ ਅੰਨ ਜਾਂਦਾ ਹੈ। ਅੰਨ ਤੋਂ ਹੀ ਸਾਰੀਆਂ ਚੀਜ਼ਾਂ ਬਣਦੀਆਂ ਹਨ, ਅਨਾਜ ਤੋਂ ਹੀ, ਅਤੇ ਜੇ ਉਹ ਨਾ ਪੈਦਾ ਹੋਵੇ ਤਾਂ ਸਾਨੂੰ ਮਿਲੇਗਾ ਕਿੱਥੋਂ ਖਾਣ ਵਾਸਤੇ। ਇਸ ਵਾਸਤੇ ਇਹ ਮਾਰੂ ਨੀਤੀ ਤੋਂ ਬਾਜ਼ ਆਵੇ। ਭਾਰਤ ਦੀ ਜਿਤਨੀ ਗੌਰਮੈਂਟ ਹੈ, ਸਰਕਾਰ, ਸਾਰਿਆਂ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ, ਇਹਨਾਂ ਦੇ ਹੱਕ ਇਹਨਾਂ ਨੂੰ ਵਾਪਸ ਕਰੋ, ਇਹਨਾਂ ਨੂੰ ਆਜ਼ਾਦੀ ਦੀ ਜ਼ਿੰਦਗੀ ਜੀਉਣ ਦਿਓ। ਦਾਸ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਅੰਮ੍ਰਿਤਸਰ। ਸੰਸਾਰ ਦੇ ਹਰ ਕੋਨੇ ਦੇ ਵਿੱਚ ਇਹ ਜਿਹੜਾ ਮੁਸੀਬਤ ਦਾ ਪਲ ਹੈ ਜਾ ਰਿਹਾ ਹੈ। ਹਰ ਲੋਕ ਵੇਖਦੇ ਪਏ ਨੇ, ਹਰ ਵਰਗ ਦੇ ਲੋਕ ਵੇਖਦੇ ਪਏ ਨੇ ਅਤੇ ਤਰਾਹ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੀ ਗਵਰਨਮੈਂਟ ਹੈ। ਸੋ ਆਸ ਕਰਦੇ ਹਾਂ ਅਸੀਂ ਕਿਸਾਨਾਂ ਦੇ ਨਾਲ ਆਪਣਾ ਮੋਢਾ ਦੇ ਕੇ ਉਹਨਾਂ ਦੇ ਨਾਲ ਖੜ੍ਹੇ ਹਾਂ। ਮਹਾਰਾਜ ਕਿਰਪਾ ਕਰਨ ਕਿ ਸਾਡੀ ਸਫਲਤਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਕਿਸ ਤਰ੍ਹਾਂ ਵਿਤਕਰੇ ਕੀਤੇ ਨੇ ਅਤੇ ਆਪਣੇ ਹੱਕਾਂ ਦੀ ਖਾਤਰ ਇਸ ਵੇਲੇ ਕਿਸਾਨ ਭਰਾ ਮੈਦਾਨ ਦੇ ਵਿੱਚ ਡਟੇ ਹੋਏ ਨੇ। ਇਸ ਮੋਰਚੇ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਜੀ, ਅਤੇ ਆਪਣੇ ਵੱਲੋਂ ਅਤੇ ਸਾਰੇ ਕੀਰਤਨੀਆਂ ਭਰਾਵਾਂ ਵੱਲੋਂ ਮੈਂ ਇਸ ਮੋਰਚੇ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਰਹਿਮਤ ਕਰਨ, ਕਿਸਾਨ ਭਰਾਵਾਂ ਨੂੰ ਕਾਮਯਾਬੀਆਂ ਬਖਸ਼ਿਸ਼ ਕਰਨ ਅਤੇ ਉਹਨਾਂ ਦੀ ਹਰ ਮੈਦਾਨ ਫਤਿਹ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੋ ਕਿਸਾਨ ਭਰਾਵਾਂ ਦੇ ਨਾਲ ਜੋ ਚੱਲ ਰਿਹਾ ਸਮਾਂ ਬਹੁਤ ਨਿੰਦਣਯੋਗ ਹੈ। ਦਾਸ ਭਾਈ ਸ਼੍ਰੀਪਾਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ, ਦਾਸ ਸਮੂਹ ਰਾਗੀ ਜਥੇਬੰਦੀਆਂ ਵੱਲੋਂ, ਸਮੂਹ ਰਾਗੀ ਸਿੰਘਾਂ ਵੱਲੋਂ ਬੇਨਤੀ ਕਰਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਲੀਡਰਾਂ ਨੂੰ, ਇਹਨਾਂ ਮੰਤਰੀਆਂ ਨੂੰ ਬੁੱਧੀ ਬਖਸ਼ ਕੇ ਜੋ ਕਿਸਾਨਾਂ ਦੇ ਬਣਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਔਰ ਮੈਨੂੰ ਮਾਣ ਹੈ ਕਿਸਾਨ ਭਰਾਵਾਂ 'ਤੇ ਜੋ ਪਿਛਲੇ ਦਿਨਾਂ ਤੋਂ ਦਿੱਲੀ ਵੱਲ ਮੋਰਚਾ ਲਾ ਕੇ ਬੈਠੇ ਹਨ। ਸਿੰਘ ਸੂਰਮੇ ਜਿੱਥੇ ਮੋਰਚਾ ਲਾ ਕੇ ਬਹਿ ਜਾਂਦੇ ਹਨ, ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਉਹ ਮੋਰਚਾ ਫਤਿਹ ਕਰਕੇ ਵਾਪਸ ਘਰਾਂ ਨੂੰ ਪਰਤਦੇ ਹਨ। ਦਾਸ ਨੂੰ ਬਹੁਤ ਮਾਣ ਹੈ ਇਹਨਾਂ ਕਿਸਾਨ ਭਰਾਵਾਂ 'ਤੇ, ਗੁਰੂ ਪੰਥ 'ਤੇ। ਔਰ ਉਮੀਦ ਕਰਦਾ ਹਾਂ ਇਹ ਸਮਾਂ ਜਿਹੜਾ ਜਲਦ ਤੋਂ ਜਲਦ ਸਭ ਕੁਝ ਸਹੀ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰਾਂ ਦਾ ਸੰਘਰਸ਼ ਚੱਲ ਰਿਹਾ ਹੈ। ਸਾਡੇ ਸਾਰੇ ਰਾਗੀ ਸਿੰਘਾਂ ਵੱਲੋਂ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਉਹਨਾਂ ਨੂੰ ਕਾਮਯਾਬੀਆਂ ਬਖਸ਼ਣ, ਗੁਰੂ ਅੰਗ ਸੰਗ ਹੋਣ। ਉਹ
ਤੱਕ ਜੋ ਉਹਨਾਂ ਦਾ ਬਣਦਾ ਹੱਕ ਹੈ ਹੀ ਉਹਨਾਂ ਦਾ ਹੈ, ਬਣਦਾ ਕੀ ਹੈ, ਸੋ ਉਹਨਾਂ ਨੂੰ ਮਿਲੇ। ਅਸੀਂ ਸਾਰੇ ਅਰਦਾਸਾਂ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਹਮੇਸ਼ਾ ਕਾਮਯਾਬੀ ਸੱਚ ਨੂੰ ਮਿਲੀ ਹੈ ਤੇ ਕਾਮਯਾਬੀ ਮਿਲੇ। ਸੋ ਮੋਦੀ ਸਾਹਿਬ, ਆਪ ਜੀ ਨੂੰ ਬੇਨਤੀ ਹੈ ਕਿ ਧੀ ਤੁਸੀਂ ਵਿਆਹਣੀ ਨਹੀਂ, ਨਹੁੰ ਤੁਸੀਂ ਲਿਆਉਣੀ ਨਹੀਂ, ਕਿਹੜੇ ਚੱਕਰਾਂ 'ਚ ਤੁਸੀਂ ਪਏ ਹੋ। ਰਾਜੇ ਚੁਲੀ ਨੇ ਆਪ ਕੀ ਪੜ੍ਹਿਆ ਸੱਚ ਧਿਆਨ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਹੁਕਮ ਹੈ ਇਹ ਕਿ ਜੋ ਰਾਜਾ ਹੈ ਉਸ ਨੂੰ ਹਮੇਸ਼ਾ ਹੀ ਨਿਆਂ ਕਰਨਾ ਚਾਹੀਦਾ। ਜੇ ਰਾਜਾ ਹੀ ਅਨਿਆਏ ਕਰਨਾ ਸ਼ੁਰੂ ਹੋ ਜੇ ਤੇ ਇਹ ਛੱਡੋ ਜੋ ਤੁਸੀਂ ਇਹ ਖਿਲਾਰਾ ਪਾਇਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਲੰਬੇ ਸਮੇਂ ਤੋਂ ਸਾਡੇ ਕਿਸਾਨ ਭਰਾ ਭਾਰਤ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਨੇ, ਪਰੰਤੂ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਸੱਚੀ ਸੁੱਚੀ ਕਿਰਤ ਕਰਨ ਵਾਲਾ ਕਿਸਾਨ, ਮਜ਼ਦੂਰ ਅਤੇ ਕਿਰਤੀ ਲੋਕਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਿਆ। ਇਹ ਕਿਹੋ ਜਿਹਾ ਤਾਨਾਸ਼ਾਹੀ ਰਾਜ ਹੈ। ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹਾਂ, ਇੱਥੋਂ ਦੀਆਂ ਸਰਕਾਰਾਂ ਨੇ ਕਦੇ ਵੀ ਲੋਕਾਂ ਨਾਲ ਧੱਕਾ ਨਹੀਂ ਕੀਤਾ। ਸਭ ਨੂੰ ਇਨਸਾਫ ਮਿਲਦਾ ਹੈ। ਕਦੇ ਕੋਈ ਮੁਲਕ ਜਾਂ ਦੇਸ਼ ਮਾੜਾ ਨਹੀਂ ਹੁੰਦਾ। ਸਾਧ ਸੰਗਤ ਜੀ, ਉੱਥੋਂ ਦਾ ਸਿਸਟਮ ਮਾੜਾ ਹੋਵੇ ਤਾਂ ਜਨਤਾ ਨੂੰ ਅਤਿਆਚਾਰ ਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮੈਂ ਭਾਰਤ ਦੇ ਸਮੁੱਚੇ ਲੋਕਾਂ ਅਤੇ ਕਿਸਾਨ, ਕਿਰਤੀ, ਮਜ਼ਦੂਰ ਭਰਾਵਾਂ ਦਾ ਧੰਨਵਾਦ ਕਰਦਾ ਹਾਂ, ਜਿਹੜੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਨੇ। ਅਕਾਲ ਪੁਰਖ ਦੀ ਕਿਰਪਾ ਨਾਲ ਇੱਕ ਦਿਨ ਸਾਡੇ ਭਰਾਵਾਂ ਦੀ ਚੜ੍ਹਦੀ ਕਲਾ ਹੋਵੇਗੀ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਗੁਰਬਾਣੀ ਦਾ ਫਰਮਾਨ ਹੈ, ਕੂੜ ਨਿਖੁਟੈ ਨਾਨਕਾ ਓੜਕ ਸੱਚ ਰਹੇ। ਵਿਦੇਸ਼ਾਂ ਵਿੱਚ ਵਸਦੇ ਸਾਰੇ ਪ੍ਰਚਾਰਕ ਵੀਰਾਂ ਵੱਲੋਂ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਹਮੇਸ਼ਾ ਖੜੇ ਹਾਂ ਅਤੇ ਖੜੇ ਰਵਾਂਗੇ। ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਇਹ ਇਨਸਾਫ ਸਾਨੂੰ ਨਹੀਂ ਮਿਲਦਾ, ਸਾਡੇ ਭਰਾ ਇਸੇ ਤਰ੍ਹਾਂ ਇਨਸਾਫ ਦੀ ਮੰਗ ਕਰਨਗੇ ਸ਼ਾਂਤਮਈ ਤਰੀਕੇ ਨਾਲ। ਜਿਸ ਤਰੀਕੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ, ਬਹੁਤ ਹੀ ਸੂਝਵਾਨ ਅਤੇ ਸਮਝਦਾਰ ਲੋਕ ਇਸ ਸੰਘਰਸ਼ ਨਾਲ ਜੁੜੇ ਹੋਏ ਨੇ। ਇੱਥੋਂ ਪਤਾ ਲੱਗਦਾ ਹੈ ਕਿ ਇਹ ਸਰਕਾਰਾਂ ਜਨਤਾ ਨੂੰ ਹਮੇਸ਼ਾ ਮੂਰਖ ਸਮਝਦੀਆਂ ਨੇ, ਪਰ ਅੱਜ ਸਾਧ ਸੰਗਤ ਜੀ ਸਮਾਂ ਚੇਂਜ ਹੋ ਗਿਆ ਹੈ, ਸਮਾਂ ਬਦਲ ਗਿਆ ਹੈ। ਲੋਕਾਂ ਨੂੰ ਸਰਕਾਰਾਂ ਦੀਆਂ ਚਾਲਾਂ ਦਾ ਪਤਾ ਲੱਗ ਚੁੱਕਾ ਹੈ ਤੇ ਚੰਗੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਨਤਾ, ਸਾਡੇ ਲੋਕ ਅਵੇਅਰ ਹੋ ਗਏ ਨੇ। ਹੁਣ ਇਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਵੇਗੀ ਤੇ ਇਸ ਕਰਕੇ ਇੱਕ ਦਿਨ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਣੀ ਹੈ ਤੇ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਪੰਥ ਦਾ ਦਾਸ ਭਾਈ ਜਸਵੀਰ ਸਿੰਘ ਖਾਲਸਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੱਜ ਕੱਲ੍ਹ ਇੰਗਲੈਂਡ ਵਿਖੇ ਰਹਿ ਰਹੇ ਹਾਂ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੱਜਣ ਸਿੰਘ, ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸੰਸਾਗਰ ਨਿਊਯਾਰਕ, ਗੁਰਦੁਆਰਾ ਸੰਸਾਗਰ ਸੈਕਰਾਮੈਂਟੋ, ਗੁਰਦੁਆਰਾ ਸੰਸਾਗਰ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਅਕੈਡਮੀ ਸਮੂਹ ਸੰਗਤਾਂ ਵੱਲੋਂ ਦਾਸ ਬੇਨਤੀ ਕਰ ਰਿਹਾ ਹੈ, ਨਿਮਰਤਾ ਨਾਲ ਬੇਨਤੀ ਕਰ ਰਿਹਾ ਹੈ। ਧਿਆਨ ਕਰਿਓ। ਤੁਹਾਨੂੰ ਸਭਨਾਂ ਨੂੰ ਪਤਾ ਵੀ ਕਿਸਾਨ ਵੀਰਾਂ ਨੂੰ ਜੋ ਕਾਲੇ ਕਾਨੂੰਨ ਲਿਆ ਕੇ ਗੌਰਮੈਂਟ ਧੱਕਾ ਕਰ ਰਹੀ ਹੈ, ਉਹਦੇ ਵਿਰੋਧ ਵਿੱਚ ਕਿਸਾਨ ਵੀਰਾਂ ਵੱਲੋਂ 2 ਮਹੀਨਿਆਂ ਤੋਂ ਬੜੇ ਸਬਰ ਨਾਲ ਜ਼ਬਰ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ। ਪਾਣੀ ਦੀਆਂ ਪਛਾੜਾਂ ਅਤੇ ਅਥਰੂ ਗੈਸ ਤੇ ਬੜੀਆਂ ਰੋਕਾਂ, ਟਰੱਕ ਭਰ ਕੇ ਮਿੱਟੀ ਦੇ ਤੇ 15 ਫੁੱਟ ਖਾਈਆਂ ਪੱਟ ਕੇ ਰੋਕਣ ਦੇ ਯਤਨ ਕੀਤੇ, ਪਰ ਇਹ ਨਹੀਂ ਰੁਕ ਸਕੇ। ਦਿੱਲੀ ਦੇ ਬਾਰਡਰ 'ਤੇ ਪਹੁੰਚ ਗਏ ਤੇ ਜਿਦਨੇ ਇਹਨਾਂ ਨੇ ਉੱਥੋਂ ਕੂਚ ਕਰਨਾ ਤੇ ਪਾਰਲੀਮੈਂਟ ਵੀ ਪਹੁੰਚਣ ਨੂੰ ਕੋਈ ਦੇਰ ਨਹੀਂ ਲੱਗਣੀ। ਮੈਂ ਬੜੀ ਨਿਮਰਤਾ ਨਾਲ ਤੇ ਬੜੇ ਸੋਝੀ ਨਾਲ ਬੇਨਤੀ ਕਰ ਰਿਹਾ ਇੰਡੀਆ ਗੌਰਮੈਂਟ ਨੂੰ, ਉਹਨਾਂ ਨੂੰ ਪਿਛਲੀ ਹਿਸਟਰੀ ਪੜ੍ਹ ਲੈਣੀ ਚਾਹੀਦੀ ਹੈ ਵੀ ਇਹਨਾਂ ਦੇ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਅਤੇ ਮਾਤਾ ਚਾਰੇ ਸਾਹਿਬਜ਼ਾਦਿਆਂ ਦਾ ਖੂਨ ਪਾਇਆ। ਇਸ ਬੂਟੇ ਨੂੰ ਕੋਈ ਨਾ ਹਿਲਾ ਸਕਦਾ, ਨਾ ਕੋਈ ਡਲਾ ਸਕਦਾ। ਇਹ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰਨ ਜਾਣਦੇ ਨੇ। ਹੁਣ ਤੱਕ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰ ਰਹੇ ਨੇ। ਬੜੀ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਵੀ ਤੁਸੀਂ ਕਾਨੂੰਨ ਬਣਾਇਆ ਕਿਸਾਨਾਂ ਲਈ, ਜਦ ਉਹਨਾਂ ਨੂੰ ਨਹੀਂ ਚਾਹੀਦੇ
ਤੁਸੀਂ ਮੱਲੋ ਮੱਲੀ ਕਿਉਂ ਥੋਪਦੇ ਹੋ? ਇਹ ਮੇਰੀ ਬੇਨਤੀ ਹੈ, ਨਾ ਕਰੋ ਇੰਡੀਆ ਨੂੰ ਖਰਾਬ, ਨਾ ਕਰੋ ਦੁਨੀਆ ਨੂੰ ਖਰਾਬ, ਇਹ ਛੱਡ ਦਿਓ ਆਪਣੀ ਜਿੱਦ। ਇਹ ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀ ਧਰਤੀ ਤੇ ਵਸਣ ਵਾਲੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਅਤੇ ਵਿਸ਼ੇਸ਼ ਤੌਰ ਤੇ ਰਾਗੀ ਸਿੰਘ ਸਾਹਿਬਾਨ, ਗ੍ਰੰਥੀ ਤੇ ਪ੍ਰਚਾਰਕ ਭਾਈਚਾਰੇ ਵੱਲੋਂ ਜੋ ਦਿੱਲੀ ਵਿੱਚ ਕਿਸਾਨਾਂ ਵੱਲੋਂ ਜੋ ਕਿਸਾਨੀ ਦੇ ਖਿਲਾਫ ਕਾਲੇ ਕਾਨੂੰਨ ਸਮੇਂ ਦੀ ਮੋਦੀ ਸਰਕਾਰ ਨੇ ਬਣਾਏ ਨੇ, ਉਹਨਾਂ ਨੂੰ ਵਾਪਸ ਲੈਣ ਵਾਸਤੇ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਸਮੇਂ ਦੀ ਮੋਦੀ ਸਰਕਾਰ ਨੂੰ ਕਿ ਜੋ ਕਿਸਾਨੀ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਨੇ ਉਹ ਤੁਰੰਤ ਵਾਪਸ ਲਏ ਜਾਣ ਅਤੇ ਕਿਸਾਨ ਭਾਈਚਾਰੇ ਦੇ ਮੋਰਚੇ ਦੀ ਪੂਰਨ ਹਮਾਇਤ ਤਾਨ ਮਾਨ ਧਨ ਨਾਲ ਕਰਦੇ ਹੋਏ ਅਸੀਂ ਫੇਰ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੋ ਕਿਸਾਨ ਭਰਾਵਾਂ ਦੇ ਕਿਸਾਨੀ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਗਏ ਹਨ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਸਾਣੀ ਕਿਰਸਾਨ ਕਰੇ ਲੋਚਾ ਜਿਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਤੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ ਅੰਤ ਲੈ ਛਡਾਏ। ਕਿਰਸਾਨ ਕਿਰਸਾਨੀ ਕਰਦਾ ਹੈ, ਆਪਣੀ ਜ਼ਮੀਨ ਵਾਹੁੰਦਾ ਬੀਜਦਾ ਉਗਾਉਂਦਾ ਹੈ, ਮਨ ਵਿੱਚ ਲੋਚ ਰੱਖਦਾ ਹੈ, ਤਾਂਘ ਰੱਖਦਾ ਹੈ ਕਿ ਇਸ ਤੋਂ ਮੇਰੇ ਪਰਿਵਾਰ ਦੀ ਪ੍ਰਤਪਾਲਣਾ ਹੋਏਗੀ, ਮੇਰੇ ਪੁੱਤਰ ਧੀਆਂ ਖਾਣਗੇ। ਉਸ ਅੰਨ ਦੇ ਨਾਲ ਜਿੱਥੇ ਉਹ ਆਪਣੇ ਪਰਿਵਾਰ ਦੀ ਪ੍ਰਤਪਾਲਨਾ ਕਰਦਾ ਹੈ ਉੱਥੇ ਹਰ ਪ੍ਰਾਣੀ ਮਾਤਰ ਦੇ ਮੂੰਹ ਤੱਕ ਉਸ ਦਾ ਉਗਾਇਆ ਹੋਇਆ ਬੀਜਿਆ ਹੋਇਆ ਅੰਨ ਜੋ ਹੈ, ਦਾਣਾ ਹੈ, ਹਰ ਇੱਕ ਦੇ ਮੂੰਹ ਤੱਕ ਪਹੁੰਚਦਾ ਹੈ, ਹਰ ਇੱਕ ਦੀ ਉਹ ਭੁੱਖ ਮੇਟਦਾ ਹੈ। ਲੇਕਿਨ ਕਿਸਾਨ ਨੂੰ ਸ਼ੁਰੂ ਤੋਂ ਹੀ ਬੇਇਨਸਾਫੀਆਂ ਦਾ ਸ਼ਿਕਾਰ ਹੋਣਾ ਪਿਆ, ਕਦੀ ਜ਼ਮੀਨਦਾਰਾਂ ਪਾਸੋਂ ਅਤੇ ਹੋਰ ਪ੍ਰਕਾਰ ਜੋ ਪੁਰਾਣੇ ਤਰੀਕੇ ਸਨ, ਲੇਕਿਨ ਸਰਕਾਰਾਂ ਨੇ ਵੀ ਉਸ ਨੂੰ ਮਾਰਿਆ, ਲਤਾੜਿਆ, ਉਜਾੜਿਆ ਹੈ। ਪਰ ਹੁਣ ਦੀ ਜੋ ਮੋਦੀ ਸਰਕਾਰ ਹੈ ਇਸ ਨੇ ਤੇ ਇਸ ਅਨਿਆਂ ਦੀ, ਇਸ ਜ਼ੁਲਮ ਦੀ ਇੰਤਹਾ ਕਰ ਦਿੱਤੀ ਜਦ ਇਹ ਕਾਲੇ ਕਾਨੂੰਨ ਬਣਾ ਕਰਕੇ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਘਰ ਘਾਟ ਤਿਆਗ ਕੇ ਸੜਕਾਂ ਤੇ ਆਉਣ ਅਤੇ ਇਸ ਦੇ ਵਿਰੁੱਧ ਆਪਣੀ ਆਵਾਜ਼ ਉਠਾਉਣ। ਸੋ ਕਿਸਾਨ ਜਾਗਰੂਕ ਨੇ। ਇਸ ਵਕਤ ਉਹ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਨੇ। ਇਤਨੀ ਠੰਡ ਵਿੱਚ, ਕਰੜੀ ਠੰਡ ਦੇ ਵਿੱਚ ਉਹ ਆਪਣੇ ਘਰ ਘਾਟ ਤਿਆਗ ਕੇ, ਆਪਣੇ ਪੁੱਤਰ ਧੀਆਂ ਘਰ ਛੱਡ ਕੇ ਆਣ ਕੇ ਇਸ ਬੇਇਨਸਾਫੀ ਵਿਰੁੱਧ ਲੜ ਰਹੇ ਨੇ ਅਤੇ ਉਹ ਗੌਰਮੈਂਟ ਨੂੰ, ਇਸ ਮੋਦੀ ਸਰਕਾਰ ਨੂੰ ਮਜਬੂਰ ਕਰ ਰਹੇ ਨੇ ਕਿ ਉਹ ਆਪਣੇ ਕਾਲੇ ਕਾਨੂੰਨ ਵਾਪਸ ਲਵੇ। ਅਤੇ ਮੈਂ ਵੀ ਬੇਨਤੀ ਕਰਨੀ ਚਾਹਾਂਗਾ ਕਿਸਾਨਾਂ ਨੂੰ ਕਿ ਜਿਸ ਤਰ੍ਹਾਂ ਆਪ ਨੇ ਹੁਣ ਤੱਕ ਠਰਮੇ ਦੇ ਨਾਲ, ਇਸ ਸੰਜਮ ਦੇ ਨਾਲ, ਸਬਰ ਦੇ ਨਾਲ ਇਸ ਜ਼ੁਲਮ ਦਾ ਟਾਕਰਾ ਕੀਤਾ ਹੈ, ਇਸ ਨੂੰ ਹੁਣ ਤੱਕ ਇਹਨਾਂ ਬੇਇਨਸਾਫੀਆਂ ਦੇ ਵਿਰੁੱਧ ਲੜੇ ਹੋ, ਇਸ ਏਕਤਾ ਨੂੰ ਬਣਾਈ ਰੱਖਣਾ ਗੌਰਮੈਂਟ ਜ਼ਰੂਰ ਚੁੱਕੇਗੀ, ਸਾਨੂੰ ਜ਼ਰੂਰ ਇਨਸਾਫ ਮਿਲੇਗਾ। ਉੱਥੇ ਨਾਲ ਹੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੀਆਂ ਸੰਗਤਾਂ ਆਪਾਂ ਇਸ ਦਾ, ਇਹਨਾਂ ਕਿਸਾਨਾਂ ਦਾ, ਇਸ ਸੰਘਰਸ਼ ਦਾ ਵੱਧ ਤੋਂ ਵੱਧ ਸਾਥ ਦਈਏ ਅਤੇ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ, ਇਸ ਸੰਘਰਸ਼ ਨੂੰ ਕਾਮਯਾਬੀ ਬਖਸ਼ਿਸ਼ ਕਰਨ ਅਤੇ ਇਸੇ ਤਰ੍ਹਾਂ ਹੀ ਜੋ ਸੰਸਾਰ ਤੇ ਹੈ ਸੁੱਖ ਵਰਤੇ। ਕਿਸਾਨ ਇਹਨਾਂ ਮੰਗਾਂ ਨੂੰ ਮਨਵਾ ਕਰਕੇ ਆਪਣੇ ਘਰ ਘਾਟ ਸੁੱਖ ਸੁੱਖਾਂ ਨਾਲ ਪਹੁੰਚਣ, ਆਪਣੇ ਬੱਚਿਆਂ ਪਾਸ ਸੁੱਖ ਸੁੱਖਾਂ ਨਾਲ ਪਹੁੰਚਣ। ਅਤੇ ਮੋਦੀ ਸਰਕਾਰ ਨੂੰ ਫਿਰ ਵਾਰਨਿੰਗ ਦੇਣਾ ਚਾਹੁੰਦਾ ਹਾਂ ਕਿ ਇਤਨੀ ਠੰਡ ਦੇ ਵਿੱਚ ਔਰ ਇਹ ਜੋ ਕਰੋਨਾ ਦਾ ਇਸ ਵਕਤ ਚੱਲ ਰਿਹਾ ਹੈ ਭਿਆਨਕ ਸਮਾਂ, ਇਹਦੇ ਵਿੱਚ ਜੇ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਹ ਗੌਰਮੈਂਟ ਦੀ ਜ਼ਿੰਮੇਵਾਰੀ ਹੋਏਗੀ। ਸੋ ਗੌਰਮੈਂਟ ਨੂੰ ਵੱਡੇ ਦਿਲ ਦੇ ਨਾਲ ਸੋਚਣਾ ਚਾਹੀਦਾ ਹੈ। ਜਦ ਕਿਸਾਨਾਂ ਨੂੰ ਤੇਰੇ ਬਣਾਏ ਹੋਏ ਕਾਨੂੰਨ ਪ੍ਰਵਾਨ ਹੀ ਨਹੀਂ ਹਨ ਤਾਂ ਕਿਉਂ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਭੁੱਖੇ ਤੇ ਹਾਏ ਰੱਖ ਕਰਕੇ ਉਹਨਾਂ ਨੂੰ ਸੜਕਾਂ ਤੇ ਠੰਡ ਵਿੱਚ ਸੌਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਉਸ ਨੂੰ, ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਵਾਪਸ ਲੈ ਕੇ ਕਿਸਾਨਾਂ ਨੂੰ ਆਪਣੇ ਘਰ ਭੇਜਣਾ ਚਾਹੀਦਾ ਹੈ ਤਾਂ ਕਿ ਸਾਰੇ ਹੀ ਆਪਣਾ ਸੁੱਖ ਭਰਿਆ ਜੀਵਨ ਜੀਣ ਅਤੇ ਕਿਸਾਨ ਹੋਰ ਖੁਸ਼ਹਾਲੀ ਵੱਲ ਨੂੰ ਵਧੇ ਅਤੇ ਆਪਣੇ ਪਰਿਵਾਰ ਦੀ ਪ੍ਰਤਪਾਲਨਾ ਕਰੇ, ਦੇਸ਼ ਦੀ ਪ੍ਰਤਪਾਲਨਾ ਕਰੇ, ਸੰਸਾਰ ਦੀ ਪ੍ਰਤਪਾਲਨਾ ਕਰੇ, ਕਿਉਂਕਿ ਕਿਸਾਨ ਅੰਨਦਾਤਾ ਹੈ। ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ, ਕਾਮਯਾਬੀ ਬਖਸ਼ਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਤੋਂ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹੈ।
ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਨੀ ਲਾਇਆ। ਵਾਹਿਗੁਰੂ ਦੇ ਇਸ ਸੰਸਾਰ ਵਿੱਚ ਜਿਵੇਂ ਸ੍ਰਿਸ਼ਟੀ ਦੀ ਰਚਨਾ ਨੂੰ ਅੱਗੇ ਤੋਰਨ ਵਾਸਤੇ ਮਾਂ ਦੀ ਅਹਿਮ ਭੂਮਿਕਾ ਹੈ, ਤਿਵੇਂ ਸ੍ਰਿਸ਼ਟੀ ਦੇ ਪਾਲਣਹਾਰ ਕਾਰਜ ਨੂੰ, ਜੋ ਵਾਹਿਗੁਰੂ ਦਾ ਕਾਰਜ ਹੈ, ਇਸ ਨੂੰ ਅੱਗੇ ਤੋਰਨ ਵਾਸਤੇ ਕਿਸਾਨ ਦੀ ਅਹਿਮ ਭੂਮਿਕਾ ਹੈ। ਤੇ ਪਿਆਰਿਓ, ਕਿਸਾਨ ਨੂੰ ਕਾਲੇ ਕਾਨੂੰਨ ਬਣਾ ਕੇ ਉਹਦੇ ਹੱਕਾਂ ਤੋਂ ਵਾਂਝਿਆ ਕਰਨਾ, ਉਹਦੇ ਮਾਲਕਾਨਾ ਹੱਕਾਂ ਤੋਂ ਵਾਂਝਿਆ ਕਰਨਾ, ਉਹਨੂੰ ਘਸਿਆਰਾ ਬਣਾ ਕੇ ਉਹਨੂੰ ਗੁਲਾਮੀ ਦਾ ਜੀਵਨ, ਅਰਥ ਵਿਵਸਥਾ ਉਹਦੀ ਤਹਿਸ ਨਹਿਸ ਕਰਕੇ ਗੁਲਾਮੀ ਦਾ ਜੀਵਨ ਦੇਣ ਦੀ ਦੂਰ ਦੀ ਜਿਹੜੀ ਵਿਉਂਤਬੰਦੀ ਕਾਲੇ ਕਾਨੂੰਨਾਂ ਦੁਆਰਾ ਕੀਤੀ ਗਈ ਹੈ, ਇਹ ਮੈਂ ਸਮਝਦਾ ਕਿ ਸਾਰੀ ਮਨੁੱਖਤਾ ਤੇ ਇਹ ਹਮਲਾ ਹੈ। ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਅੰਦੋਲਨ ਤਿਆਗ ਕੇ ਸਾਡੇ ਨਾਲ ਗੱਲ ਕਰੋ। ਪਿਆਰਿਓ, ਕੀ ਕਰਨਾ ਚਾਹੀਦਾ ਹੈ? ਮੈਂ ਬੇਨਤੀ ਕਰਾਂਗਾ, ਗੁਰਬਾਣੀ ਕਹਿੰਦੀ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਬੇਸ਼ੱਕ ਅਧਿਆਤਮਕ ਖੇਤੀ ਦੀ ਗੱਲ ਹੈ, ਪਰ ਬਾਹਰ ਦੀ ਖੇਤੀ ਦੀ ਰੱਖਿਆ ਵੀ ਕਿਸਾਨ ਨੂੰ ਆਪ ਕਰਨੀ ਪੈਣੀ, ਤੇ ਕਰਦੇ ਨੇ ਕਿਸਾਨ। ਇਹ ਖੇਤੀ ਦੇ ਉੱਤੇ ਹਮਲਾ ਕਿਸੇ ਤਰ੍ਹਾਂ ਦਾ ਵੀ ਹੋਵੇ, ਜਾਨਵਰ, ਚੋਰ, ਬਿਮਾਰੀ, ਕੀੜੇ ਆਦਿਕ ਜਾਂ ਕਾਲੇ ਕਾਨੂੰਨ ਦਾ ਹਮਲਾ ਹੋਵੇ, ਇਹਨਾਂ ਸਾਰਿਆਂ ਤੋਂ ਆਪਣੀ ਖੇਤੀ ਨੂੰ ਕਿਸਾਨ ਨੇ ਆਪ ਬਚਾਉਣਾ ਹੈ ਤੇ ਕਿਸਾਨ ਆਪਣਾ ਫਰਜ਼ ਅਦਾ ਕਰ ਰਹੇ ਨੇ। ਜਨਮ ਸਿੱਧ ਅਧਿਕਾਰ ਹੈ ਕਿਸਾਨਾਂ ਦਾ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਉਦਮ ਕਰਨਾ। ਅੱਜ ਸਾਰੇ ਭਾਰਤ ਦੇ ਵਿੱਚੋਂ ਇਹਨਾਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉੱਠ ਰਹੀ ਹੈ, ਬਲਕਿ ਸਾਰੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਜੋ ਲੋਕ ਹਨ ਇਹਨਾਂ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ। ਦਾਸ ਵੀ ਆਪਣੇ ਸਾਰੇ ਸਹਿਯੋਗੀਆਂ ਸਮੇਤ ਇਹ ਬੇਨਤੀ ਕਰਦਾ ਹੈ, ਸਾਡੇ ਕਿਸਾਨ ਭਰਾਵੋ, ਸਾਡਾ ਪੂਰਾ ਸਮਰਥਨ ਤੁਹਾਡੇ ਨਾਲ ਹੈ। ਗੁਰੂ ਸਾਹਿਬ ਕਿਰਪਾ ਕਰਨ, ਤੁਹਾਡੀ ਫਤਿਹ ਹੋਵੇ। ਤੁਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਾ ਕੇ ਫਿਰ ਆਪਣੇ ਆਪਣੇ ਘਰਾਂ ਵਿੱਚ ਖੁਸ਼ੀ ਨਾਲ ਜਾਵੋ। ਨਾਲ ਹੀ ਮੈਂ ਹਾਕਮ ਜਮਾਤ ਨੂੰ, ਭਾਰਤ ਦੀ ਹਾਕਮ ਜਮਾਤ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸੰਜੀਦਗੀ ਦਿਖਾਓ। ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ, ਟਰਕਾਲੋਜੀ ਮੀਟਿੰਗਾਂ ਵਿੱਚ ਅਟਕਾ ਕੇ ਤੇ ਕਿਸੇ ਤਰ੍ਹਾਂ ਨਾਲ ਆਪਣੀ ਜਿਹੜੀ ਗੱਲ ਹੈ ਨਾ ਉਹਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਸਹੀ ਗੱਲ ਕਰਕੇ ਤੁਸੀਂ ਵੀ ਜਨਤਾ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਹੈ ਨਾ ਸ਼ਾਂਤੀ ਨਾਲ ਰਹਿਣ ਦਿਓ। ਤੁਸੀਂ ਵੀ ਜਨਤਾ ਦੀ ਖੁਸ਼ੀ ਪ੍ਰਾਪਤ ਕਰੋ। ਜਿਹੜੇ ਹਾਕਮ ਸਹੀ ਨਿਆਂ ਕਰਦੇ ਨੇ, ਬਾਣੀ ਕਹਿੰਦੀ ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ, ਤੇ ਜਿਹੜੇ ਹਾਕਮ ਸਹੀ ਤਰੀਕੇ ਨਾਲ ਨਿਆਂ ਨਹੀਂ ਕਰਦੇ ਉਹਨਾਂ ਨੂੰ ਗੁਰਬਾਣੀ ਕਹਿੰਦੀ ਹੈ ਇਹ ਹਉਮੈ ਚ ਭੱਜੇ ਫਿਰਦੇ ਨੇ। ਹਉਮੈ ਕਰ ਰਾਜੇ ਬਹੁਤ ਹਾਵੈ। ਗੁਰਬਾਣੀ ਇਹ ਵੀ ਕਹਿੰਦੀ ਹੈ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਹਾਕਮੋ, ਇਹ ਵੀ ਸਾਡੇ ਭਾਰਤ ਦੀ ਕਹਾਵਤ ਹੈ, ਤਪੋਂ ਰਾਜ ਤੇ ਰਾਜੋਂ ਨਰਕ। ਬਚੋ ਇਹਨਾਂ ਕਿਸਾਨਾਂ ਨਾਲ ਜਿਹੜਾ ਹੈ ਉਹ ਇਨਸਾਫ ਕਰਕੇ ਤੁਸੀਂ ਜਿੱਥੇ ਸਾਰੀ ਜਨਤਾ ਦੀ ਖੁਸ਼ੀ ਪ੍ਰਾਪਤ ਕਰੋਗੇ ਉੱਥੇ ਤੁਹਾਡਾ ਰਾਜ ਕਰਨਾ ਜਿਹੜਾ ਹੈ ਉਹ ਵੀ ਸਹੀ ਸਿੱਧ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਇੰਡੀਆ ਦੀ ਜ਼ਾਲਮ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਤੇ ਕਾਲੇ ਕਾਨੂੰਨ ਲਾਗੂ ਕਰਕੇ ਜ਼ੁਲਮ ਢਾਇਆ ਜਾ ਰਿਹਾ ਹੈ, ਉਸ ਜ਼ੁਲਮ ਨੂੰ ਠੱਲ ਪਾਉਣ ਲਈ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਹੱਕ ਸੱਚ ਦੀ ਲੜਾਈ ਲੜ ਰਹੇ ਸਮੁੱਚੇ ਭਾਰਤ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਘਿਰਾਓ ਕੀਤਾ ਗਿਆ। ਜਿਸ ਸ਼ਾਂਤਮਈ ਸੰਘਰਸ਼ ਤੇ ਸੰਗਤਾਂ ਦੇ ਉੱਪਰ ਜ਼ਾਲਮ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਢਾਏ ਗਏ। ਕਦੀ ਅਥਰੂ ਗੈਸ ਦੇ ਗੋਲੇ, ਕਦੀ ਪਾਣੀ ਦੀਆਂ ਵਿਛਾੜਾਂ, ਕਦੀ ਲਾਠੀ ਚਾਰਜ, ਕਦੀ ਪਥਰਾਓ। ਦਾਸ ਬਲਵਿੰਦਰ ਸਿੰਘ ਬਰਵਾਲਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਇਸ ਜ਼ਾਲਮ ਸਰਕਾਰ ਦੀ ਇਹਨਾਂ ਘਿਨਾਉਣੇ ਪਾਪਾਂ ਦੀ ਪੁਰਜ਼ੋਰ ਨਿੰਦਾ ਕਰਦਾ ਹੈ ਅਤੇ ਸੰਘਰਸ਼ ਕਰ ਰਹੀਆਂ
ਸਮੂਹ ਕਿਸਾਨ ਜਥੇਬੰਦੀਆਂ ਦੀ ਪੂਰਨ ਹਮਾਇਤ ਕਰਦਾ ਹੈ। ਸੋ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਕਰੇ ਅਤੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਹਨ ਉਹਨਾਂ ਨੂੰ ਵਾਪਸ ਲੈ ਉਹਨਾਂ ਨੂੰ ਰੱਦ ਕਰੇ ਅਤੇ ਜਿਤਨੇ ਵੀ ਮਾਈ ਭਾਈ ਬਜ਼ੁਰਗ ਮਾਤਾਵਾਂ ਬੀਬੀਆਂ ਭੈਣਾਂ ਬੱਚੇ ਬੱਚੀਆਂ ਇਸ ਸੰਘਰਸ਼ ਵਿੱਚ ਸੇਵਾ ਨਿਭਾ ਰਹੇ ਹਨ ਸਭ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਭ ਨੂੰ ਸਤਿਗੁਰੂ ਤੰਦਰੁਸਤੀ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ੇ ਅਤੇ ਇਸ ਸੰਘਰਸ਼ ਵਿੱਚ ਜਿੱਤ ਦੀ ਪ੍ਰਾਪਤੀ ਦੀ ਦਾਤ ਸਾਡੀ ਝੋਲੀ ਵਿੱਚ ਪਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਅਮਰਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ USA ਵਿੱਚ ਦਾਸ ਵੱਲੋਂ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਵਿੱਚ ਜਿਤਨੇ ਵੀ ਸਾਡੇ ਭੈਣ ਭਾਈ ਮਾਤਾਵਾਂ ਭੈਣਾਂ ਬਜ਼ੁਰਗ ਵੀਰ ਸਾਰੇ ਇਸ ਅੰਦੋਲਨ ਵਿੱਚ ਇਸ ਕਿਸਾਨ ਮੋਰਚੇ ਵਿੱਚ ਖੁੱਦੇ ਹੋਏ ਹਨ, ਉਹਨਾਂ ਦੀ ਆਪਣੀ ਫੈਮਿਲੀ ਵੱਲੋਂ ਅਤੇ ਇੱਥੋਂ ਦੇ ਅਮਰੀਕਾ ਦੇ ਸਮੂਹ ਰਾਗੀ ਸਿੰਘਾਂ ਵੱਲੋਂ ਪਰਜੋਰ ਹਮਾਇਤ ਕਰਦਾ ਹੈ। ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਤੁਹਾਨੂੰ ਸਫਲਤਾ ਬਖਸ਼ਿਸ਼ ਕਰਨ, ਆਪਾਂ ਸਾਰੇ ਆਪਣੇ ਹੱਕ ਲੈ ਕੇ ਵਾਪਸ ਮੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਸਾਨ ਕਰੇ ਲੋਚੈ ਜੀ ਉਲਾਏ, ਹਰ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਇਹ ਜਿਹੜੇ ਕਿਸਾਨਾਂ ਨੇ ਮੋਰਚਾ ਵਿੱਢਿਆ ਹੋਇਆ ਹੈ, ਦਾਸ ਉਸ ਦੀ ਹਮਾਇਤ ਕਰਦਾ ਹੈ ਤਾਂ ਕਿ ਉਹ ਸੌਖੇ ਤਰੀਕੇ ਨਾਲ ਆਪਣੀ ਖੇਤੀਬਾੜੀ ਕਰਕੇ ਦੁਨੀਆ ਦਾ ਪੇਟ ਭਰਦੇ ਨੇ, ਢਿੱਡ ਭਰਦੇ ਨੇ। ਜੇ ਉਹ ਕੰਮ ਛੱਡ ਦੇਣ ਤੇ ਰੋਟੀ ਕਿਸੇ ਨੂੰ ਨਹੀਂ ਮਿਲੇਗੀ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ, ਅਸੀਂ ਉਸ ਦੀ ਨਿੰਦਾ ਕਰਦੇ ਹਾਂ ਜੋ ਮੋਦੀ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ, ਉਹਨਾਂ ਤੇ ਪਾਣੀ ਦੀ ਬੁਛਾਰਾਂ ਪਾ ਰਹੀ ਹੈ, ਉਹਨਾਂ ਨੂੰ ਕੁੱਟ ਰਹੀ ਹੈ, ਕੇਸ ਬਣਾ ਰਹੀ ਹੈ। ਸਤਿਗੁਰੂ ਭਲਾ ਕਰਨ, ਉਹਨਾਂ ਦੇ ਹੱਕ ਵਿੱਚ ਅਸੀਂ ਅਰਦਾਸ ਕਰਦੇ ਹਾਂ। ਸਮੂਹ ਸੰਗਤਾਂ ਵੱਲੋਂ ਇਹ ਅਰਦਾਸ ਹੈ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦਰਬਾਰ ਕਨੈਟੀਕਟ ਵਿਖੇ USA ਵਿੱਚ। ਦਾਸ ਭਾਈ ਮਹਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਸੰਗਤਾਂ ਵੱਲੋਂ ਇਹ ਅਰਦਾਸ ਬੇਨਤੀ, ਪਾਤਸ਼ਾਹ ਜੀ ਕਿਸਾਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਸਾਨ ਕਰੀ ਲੋਚੈ ਜੀਉ ਲਾਏ, ਹਲ ਜੋਤੇ ਉਦਮ ਕਰੀ ਮੇਰਾ ਪੁੱਤ ਧੀ ਖਾਏ। ਐਸਾ ਉਦਮੀ ਕਿਸਾਨ, ਜਿਸ ਉਦਮੀ ਕਿਸਾਨ ਦੀ ਉਦਾਹਰਨ ਦਿੰਦਿਆਂ ਹੋਇਆਂ ਸਤਿਗੁਰ ਨੇ ਬਾਣੀ ਅੰਦਰ ਸਾਨੂੰ ਬਖਸ਼ਿਸ਼ ਕੀਤਾ ਕਿ ਜੇ ਮਨ ਨੂੰ ਉਦਮੀ ਬਣਾਉਣਾ ਹੈ ਤੇ ਉਹ ਕਿਸਾਨ ਵਰਗਾ ਉਦਮੀ ਬਣਾ। ਐਸਾ ਉਦਮੀ ਕਿਸਾਨ ਅੱਜ ਇੱਕ ਸੰਘਰਸ਼ ਨਾਲ ਜੂਝ ਰਿਹਾ ਹੈ ਤੇ ਅਸੀਂ ਅਮਰੀਕਾ ਵਿੱਚ ਵਸਦੇ ਸਾਰੇ ਹੀ ਰਾਗੀ ਸਹਿਬਾਨ, ਪ੍ਰਚਾਰਕ ਸਹਿਬਾਨ ਕਿਸਾਨਾਂ ਦੇ ਇਸ ਸੰਘਰਸ਼ ਦਾ ਪੂਰਨ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਅਸੀਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦਾ ਭਾਰੀ ਵਿਰੋਧ ਕਰਦੇ ਹਾਂ ਅਤੇ ਨਾਲ ਹੀ ਸਤਿਗੁਰਾਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਇਸ ਸੰਘਰਸ਼ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਜਿੱਥੇ ਇਹ ਸੰਘਰਸ਼ ਫਤਿਹ ਹੋਵੇ ਉੱਥੇ ਕੌਮ ਦੀ, ਪੰਜਾਬੀਆਂ ਦੀ, ਪੰਜਾਬੀਅਤ ਦੀ, ਕਿਸਾਨਾਂ ਦੀ, ਸਭਨਾਂ ਦੀ ਚੜ੍ਹਦੀ ਕਲਾ ਹੋਵੇ। ਸਦਾ ਹੀ ਸਾਰੀ ਕੌਮ ਵਿੱਚ, ਪੰਜਾਬੀਆਂ ਵਿੱਚ ਪਿਆਰ, ਇਤਫਾਕ, ਸਨਮਾਨ ਬਣਿਆ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵਕਤ ਕੈਲੀਫੋਰਨੀਆ ਤੋਂ। ਸਭ ਤੋਂ ਪਹਿਲਾਂ ਮੋਰਚੇ ਵਿੱਚ ਸ਼ਾਮਲ ਸਮੂਹ ਕਿਸਾਨ ਵੀਰਾਂ, ਬਜ਼ੁਰਗਾਂ, ਮਾਤਾਵਾਂ ਅਤੇ ਹਰ ਕਿਸਮ ਦੇ ਯੋਗਦਾਨ ਪਾਉਣ ਵਾਲੇ ਭਰਾਵਾਂ ਨੂੰ ਮੇਰੀ ਨਮਸਕਾਰ। ਤਾਂ ਕੋ ਲੱਖ ਵਾਰ ਭਰਾਓ, ਤੁਸੀਂ ਤਾਂ ਅੱਜ ਆਪਣੇ ਪੁਰਾਣੇ ਪੁਰਖਿਆਂ ਨੂੰ ਯਾਦ ਕਰਵਾ ਦਿੱਤਾ ਸੀ। ਸਾਡੇ ਪੁਰਖਿਆਂ ਨੇ ਬੜੇ ਮੋਰਚੇ ਲਾਏ, ਜਿਵੇਂ ਗੁਰੂ ਕੇ ਬਾਗ ਦਾ ਮੋਰਚਾ, ਗੰਗਸਰ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ,
ਸਤਿਗੁਰੂ ਜੀ ਨੇ ਆਪ ਜੀ ਨੂੰ ਬਹੁਤ ਕਾਮਯਾਬੀਆਂ ਬਖਸ਼ਿਸ਼ ਕੀਤੀਆਂ। ਅੱਜ ਦੇ ਇਸ ਕਿਸਾਨੀ ਸੰਘਰਸ਼ ਮੋਰਚੇ ਦੀ ਗੂੰਜ ਸਾਰੇ ਸੰਸਾਰ ਵਿੱਚ ਪੈ ਗਈ ਆ। ਭਰਾਓ, ਤੁਸੀਂ ਵਧਾਈ ਦੇ ਪਾਤਰ ਹੋ ਜਿਹੜੇ ਸਾਰੇ ਏਕਤਾ ਵਿੱਚ ਬੱਝੇ ਹੋਏ ਹੋ। ਮੇਰੀ ਇੱਕ ਬੇਨਤੀ ਆ, ਜਿਵੇਂ ਗੰਗਸਰ ਜੈਤੋ ਦੇ ਮੋਰਚਿਆਂ ਦੇ ਵਿੱਚ ਕੌਮ ਦੇ ਗਦਾਰਾਂ ਨੇ ਖੂਹਾਂ 'ਚ ਜ਼ਹਿਰ ਪਾਇਆ ਸੀ ਤੇ ਸਾਡੇ ਕਾਫੀ ਸੰਘਰਸ਼ੀ ਯੋਧਿਆਂ ਦਾ ਨੁਕਸਾਨ ਕੀਤਾ ਸੀ, ਇੰਜ ਦੇ ਤੁਸੀਂ ਗਦਾਰ ਲੋਕ ਪਛਾਣਨੇ ਆ। ਆਪਣਾ ਖਾਣ ਪੀਣ ਦਾ ਜੋ ਵੀ ਪ੍ਰਬੰਧ ਆ ਉਹਨੂੰ ਸੁਚੇਤ ਹੋ ਕੇ ਤੇ ਉੱਤੇ ਨਿਗਾਹ ਰੱਖ ਕੇ ਫੇਰ ਹੀ ਕਿਸੇ ਪਾਸੇ ਤੋਂ ਕੋਈ ਚੀਜ਼ ਖਾਣੀ ਆ, ਕਿਉਂਕਿ ਇਸ ਵਕਤ ਸਰਕਾਰ ਦੀ ਨਿਗਾਹ ਤੁਹਾਡੇ ਉੱਪਰ ਲੱਗੀ ਹੋਈ ਹੈ। ਮੈਂ ਅਰਦਾਸ ਕਰਦਾ ਸਤਿਗੁਰ ਦੇ ਚਰਨਾਂ 'ਚ, ਸਤਿਗੁਰ ਜੀ ਤੁਹਾਨੂੰ ਕਾਮਯਾਬੀਆਂ ਬਖਸ਼ਣ ਤੇ ਉਹ ਵੇਲਾ ਆਵੇ ਜਿਸ ਦਿਨ ਤੁਸੀਂ ਕਾਮਯਾਬ ਹੋ ਕੇ ਵਾਪਸ ਆਪਣੇ ਘਰਾਂ ਨੂੰ ਜਾਓ। ਸਾਡਾ ਸਮਰਥਨ ਆਪ ਜੀ ਦੇ ਨਾਲ ਪੂਰੇ ਦਾ ਪੂਰਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਰਵਿੰਦਰ ਸਿੰਘ, ਸਾਬਕਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ, ਅੱਜ ਕੱਲ੍ਹ ਦਾਸ ਅਮਰੀਕਾ ਵਿਖੇ ਰਹਿ ਰਿਹਾ ਹੈ, ਵਾਸ਼ਿੰਗਟਨ DC ਦੇ ਨੇੜੇ। ਜੋ ਹਕੂਮਤ ਨੇ ਕਿਸਾਨਾਂ ਦੇ ਉੱਤੇ ਜਬਰੀ ਜ਼ੁਲਮ ਕਰ ਰਹੀ ਹੈ, ਨਵੇਂ ਕਾਨੂੰਨ ਲੈ ਕੇ ਆਈ ਹੈ, ਮੈਂ ਉਸ ਦਾ ਬਹੁਤ ਵਿਰੋਧ ਕਰਨਾ ਵਾ ਅਤੇ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਗੁਰੂ ਨਾਨਕ ਪਿਤਾ ਨੇ ਆਖਿਆ ਸੀ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ। ਜਿਹੜੇ ਆਮ ਗਰੀਬਾਂ ਤੇ ਗਰੀਬ ਲੋਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਜ਼ੁਲਮ ਕਰਦੇ ਨੇ, ਕਦੇ ਸੁਖੀ ਨਹੀਂ ਰਹਿ ਸਕਦੇ। ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖ ਲਓ, ਹੋ ਗੁਜਰੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦਾ ਹਾਲ। ਫਿਰ ਗੁਰੂ ਨਾਨਕ ਪਿਤਾ ਨੇ ਆਖਿਆ, ਜਿਸ ਸਕਦਾਰੇ ਤਿਸ ਅਖਵਾਰੀ ਚਾਕਰ ਕੇ ਹੈ ਡਰਨਾ, ਜਾਂ ਸਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਭਾਵੇਂ ਸਦਾਮ ਹੁਸੈਨ ਹੋਵੇ, ਭਾਵੇਂ ਕਰਨਲ ਗਦਾਫੀ ਹੋਵੇ, ਭਾਵੇਂ ਜਨਰਲ ਜ਼ਿਆਉਲ ਹਕ ਹੋਵੇ, ਜਾਂ ਹੋਰ ਈਰਾਨ ਦਾ ਸ਼ਾਹ ਹੋਵੇ, ਹੁਸਨੀ ਮੁਬਾਰਕ ਹੋਵੇ, ਜਾਂ ਇੰਡੀਆ ਦੇ ਲੀਡਰ ਵੀ ਹੋਣ, ਜਦੋਂ ਪਬਲਿਕ, ਜਦੋਂ ਜਨਤਾ ਫਿਰ ਆਪਣਾ ਫੈਸਲਾ ਦਿੰਦੀ ਹੈ ਗੁਰੂ ਦੇ ਹੁਕਮ ਨਾਲ, ਫਿਰ ਉਹਨਾਂ ਨੂੰ ਪੀਣ ਨੂੰ ਪਾਣੀ ਵੀ ਨਹੀਂ ਮਿਲਦਾ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ। ਦਾਸ ਕਿਸਾਨਾਂ ਦੇ ਹੱਕ ਵਿੱਚ ਹੈ, ਗੁਰੂ ਇਹਨਾਂ ਦੇ ਅੰਗ ਸੰਗ ਹੋਵੇ ਅਤੇ ਦੂਜਿਆਂ ਨੂੰ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਅੰਨਦਾਤਾ ਹੈ। ਇੰਡੀਆ ਦੇ ਵਿੱਚ ਉਹ ਦਿਨ ਯਾਦ ਕਰੋ ਜਿੱਦੇ ਤੁਸੀਂ ਠੂਠਾ ਫੜ ਕੇ ਦੁਨੀਆ ਦੇ ਸਾਹਮਣੇ ਭੀਖ ਮੰਗਦੇ ਸੋ, ਔਰ ਉਹਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਤੁਹਾਨੂੰ ਆਤਮ ਨਿਰਭਰ ਕਰ ਦਿੱਤਾ। ਅੱਜ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਵਾਧੂ ਪਿਆ, ਉਹ ਵਾਧੂ ਤੁਹਾਡਾ ਪੈਦਾ ਕੀਤਾ ਹੋਇਆ ਨਹੀਂ। ਤੁਹਾਨੂੰ ਕਿਸੇ ਨੂੰ ਬੂਟਾ ਨਹੀਂ ਲਾਉਣਾ ਆਉਂਦਾ, ਕਿਸੇ ਬੂਟੇ ਨੂੰ ਪਾਣੀ ਨਹੀਂ ਪਾਉਣਾ ਆਉਂਦਾ। ਇਹ ਕਿਸਾਨ ਹੈ ਜਿਹੜਾ ਸੱਪਾਂ ਦੀਆਂ ਸਰੀਆਂ ਮਿੱਧਦਾ ਹੋਇਆ ਸਾਰੀ ਰਾਤ ਠੰਡ ਦੇ ਵਿੱਚ ਪਾਣੀ ਲਾਉਂਦਾ ਹੈ। ਪਰ ਉਹਨਾਂ ਦੇ ਨਾਲ ਇਹ ਤਿੰਨ ਜਿਹੜੇ ਕਾਲੇ ਕਾਨੂੰਨ ਬਣਾ ਕੇ ਧੱਕਾ ਜਿਹੜਾ ਕੀਤਾ ਜਾ ਰਿਹਾ, ਇਹ ਸਰਾਸਰ ਨਜਾਇਜ਼ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸ ਲਈ ਜੋ ਕੁਝ ਵੀ ਇਹ ਤਿੰਨ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇ, ਜਿਹੜੇ ਕਾਰਪੋਰੇਟ ਘਰਾਣਿਆਂ ਦੀ ਹਿਮਾਇਤ ਦੀ ਖਾਤਰ, ਉਹਨਾਂ ਦੀਆਂ ਝੋਲੀਆਂ, ਉਹਨਾਂ ਦੀਆਂ ਬੈਂਕਾਂ ਭਰਨ ਦੀ ਖਾਤਰ, ਤੇ ਜਿਹੜਾ ਆਮ ਸਧਾਰਨ ਸਮੂਹ ਦੇ ਨਾਲ ਧੱਕਾ ਹੋ ਰਿਹਾ, ਇਸ ਨੂੰ ਬੰਦ ਕਰਕੇ ਇਨਸਾਫ ਦੀ ਗੱਲ ਕਰੋ। ਨਾ ਮੋਦੀ ਤਾਂ ਨਾ ਮੋਦੀ ਦੇ ਜਿਹੜੇ ਇਹਦੀ ਪਿੱਛੇ ਤੋਂ ਜਿਨ੍ਹਾਂ ਦੇ ਹੱਥ 'ਚ ਰਿਮੋਟ ਹੈ, ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾ। ਪਰ ਨਾ ਚੰਗੇ ਜਾਂ ਮਾੜੇ ਅੱਖਰਾਂ ਦੇ ਵਿੱਚ ਦੁਨੀਆ ਨੇ ਲੈਣਾ ਹੈ। ਹਿੰਦੁਸਤਾਨ ਦੀ ਘੱਟ ਤੋਂ ਘੱਟ 75% ਜਿਹੜੀ ਜਨਤਾ ਹੈ, ਇਹਨਾਂ ਕਾਨੂੰਨਾਂ ਦਾ ਉਹਨਾਂ ਤੇ ਅਸਰ ਪੈਣਾ ਹੈ। ਕਿਸਾਨ ਕੀ ਕਰੂ? ਘੱਟ ਬੀਜ ਲੂਗਾ, ਘੱਟ ਖਾ ਲੂਗਾ, ਉਹਦਾ ਚੱਲ ਜਾਣਾ। ਜਿਹੜਾ ਰੋਜ਼ ਦਾ 2 ਕਿਲੋ ਆਟਾ ਮੁੱਲ ਲੈ ਕੇ ਜਿਹਨੇ ਘਰੇ ਬੱਚਿਆਂ ਨੂੰ ਰੋਟੀ ਦੇਣੀ ਹੈ, ਉਹਨਾਂ ਦਾ ਕੀ ਬਣੂਗਾ? ਇਹ ਜਿਨ੍ਹਾਂ ਨੇ ਵੱਡੇ ਭੰਡਾਰ ਭਰ ਕੇ ਤੇ 5 ਰੁਪਏ ਲੈ ਕੇ 50 ਰੁਪਏ ਨੂੰ ਕਿਲੋ ਵੇਚਣੀ ਹੈ, ਇਹਨਾਂ ਦਾ ਤੁਸੀਂ ਹਮਾਇਤ ਕਰ ਰਹੇ ਹੋ। ਇਹਨਾਂ ਚੁੱਪ ਕਰਕੇ ਬੈਠਣ ਵਾਲੀ ਜਨਤਾ ਨਹੀਂ ਹੈ। ਦੁਨੀਆ ਦੇ, ਇੰਡੀਆ ਦੇ ਪੂਰੀਆਂ ਸਟੇਟਾਂ ਦੇ ਲੋਕ ਉੱਠ ਖੜੇ ਨੇ, ਕਿਸਾਨਾਂ ਦੇ ਹੱਕ 'ਚ ਖੜੇ ਨੇ। ਤੁਸੀਂ ਕਿੰਨੇ ਲੋਕਾਂ ਨੂੰ ਕਿੰਨੀ ਦੇਰ ਬੁੱਧੂ ਬਣਾਓਗੇ? ਅੱਜ ਦੇਖੋ ਕਿੰਨੀ ਸਰਦੀ ਹੈ, ਇੰਨੀ ਸਰਦੀ ਦੇ ਵਿੱਚ
ਉਹ ਦਿੱਲੀ ਦੇ ਚੁੰਗਲ ਤੇ ਬੈਠੇ ਨੇ ਤੇ ਫਿਰ ਵੀ ਉਹਨਾਂ ਦੇ ਉੱਤੇ ਕੰਦੀ ਤੇ ਤੁਸੀਂ ਪਾਣੀ ਦੀਆਂ ਵਿਛਾੜਾਂ ਕਰਦੇ ਹੋ, ਕੰਦੀ ਹੰਝੂ ਗੈਸ ਦੇ ਗੋਲੇ ਛੱਡਦੇ ਹੋ, ਕੰਦੀ ਉਹਨਾਂ ਦੀਆਂ ਰਸਤੇ ਦੇ ਵਿੱਚੋਂ ਰੋੜਾਂ ਨੂੰ ਖੋਦ ਦਿੰਦੇ ਹੋ, ਤਾਂ ਕੀ ਉਹ ਦਿੱਲੀ ਨਹੀਂ ਆ ਸਕਦੇ? ਅਸੀਂ ਬਾਬਾ ਬੰਗੇਲ ਸਿੰਘ ਦੇ ਵਾਰਸ ਹਾਂ। ਦਿੱਲੀ ਅਸੀਂ ਕਦੀ ਫਤਿਹ ਕਰਕੇ ਤੁਹਾਨੂੰ ਦਿੱਤੀ। ਸਾਰੀ ਜਿਹੜੀ ਮਨੁੱਖਤਾ ਹੈ ਇੰਡੀਆ ਦੇ ਭਾਰਤ ਵਰਸ਼ ਦੇ ਜਿਹੜੇ ਵਸਿੰਦੇ ਹਨ ਉਹਨਾਂ ਨੂੰ ਸਾਰਿਆਂ ਨੂੰ ਜਥਾਯੋਗ ਉਹਨਾਂ ਦੇ ਨਾਲ ਇਨਸਾਫ ਕਰੋ। ਇਨਸਾਫ ਕਰਨਾ ਸਰਕਾਰਾਂ ਦਾ ਕੰਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜਗਜੀਤ ਸਿੰਘ ਨਲਵੀ, ਅਮਰੀਕਾ, ਨਿਊ ਜਰਸੀ, ਗਲੈਨ ਰੌਕ ਤੋਂ ਬੜੀ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬੜੇ ਪਵਿੱਤਰ ਬੋਲ ਨੇ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਵ ਬਹੁਤ ਸਪਸ਼ਟ ਹੈ। ਵੇਲੇ ਦੇ ਹੁਕਮਰਾਨਾਂ ਨੇ ਜਿਸ ਅਹੰਕਾਰ ਦੇ ਵਿੱਚ ਕਰੋਨਾ ਦੇ ਕਾਲ ਵਿੱਚ ਜਿਸ ਢੰਗ ਦੇ ਨਾਲ ਇਸ ਸਾਰੇ ਵਰਤਾਰੇ ਨੂੰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਯਤਨ ਕੀਤਾ ਹੈ, ਉਸ ਦਾ ਵਿਰੋਧ ਕਰਦਿਆਂ ਹੋਇਆਂ, ਸਖਤ ਵਿਰੋਧ ਕਰਦਿਆਂ ਹੋਇਆਂ ਕਿਸਾਨ ਵੀਰਾਂ ਨੇ ਜਿਹੜਾ ਅੰਦੋਲਨ ਪ੍ਰਾਰੰਭ ਕੀਤਾ ਹੈ, ਭਾਵੇਂ ਅਸੀਂ ਇਹਦੇ ਵਿੱਚ ਸਰੀਰਕ ਤੌਰ ਉੱਤੇ ਸ਼ਮੂਲੀਅਤ ਨਹੀਂ ਕਰ ਸਕੇ, ਪਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਪਹਿਲੇ ਦਿਨ ਤੋਂ ਹੀ ਇਸ ਸਾਰੇ ਵਰਤਾਰੇ ਦੇ ਨਾਲ ਜੁੜੇ ਹੋਏ ਹਾਂ। ਭਾਈ ਗਜਿੰਦਰ ਸਿੰਘ ਹੋਰਾਂ ਦੀ ਪੁਸਤਕ ਦੇ ਵਿੱਚ ਬੜੇ ਗਜ਼ਬ ਦੀ ਗੱਲ ਲਿਖੀ। ਕਹਿੰਦੇ, ਮੈਂ ਜਦੋਂ ਲਾਲ ਕਿਲੇ ਦੇ ਸਨਮੁਖ ਲੰਘਿਆ ਤੇ ਉਸ ਨੇ ਆਪਣਾ ਅਦਬ ਵਾਲਾ ਜਿਹੜਾ ਸੀਸ ਹੈ ਉਹ ਨਹੀਂ ਝੁਕਾਇਆ ਤੇ ਮੈਨੂੰ ਲੱਗਿਆ ਸ਼ਾਇਦ ਮੈਂ ਅੱਜ ਬਘੇਲ ਸਿੰਘ ਨਹੀਂ ਰਹਿ ਗਿਆ। ਪਰ ਮੈਨੂੰ ਲੱਗਦਾ ਹੈ ਕਿ ਅੱਜ ਤੁਸੀਂ ਫੇਰ ਬਾਬਾ ਬਘੇਲ ਸਿੰਘ ਦੇ ਵਾਰਸ ਬਣ ਕੇ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ ਹੋ, ਜਿਸ ਦੇ ਰਾਹੀਂ ਜੋ ਅਹੰਕਾਰੀ ਹੋਈ ਸਲਤਨਤ ਹੈ ਉਸ ਨੂੰ, ਉਸ ਦੀ ਸਾਹ ਰਗ ਨੂੰ ਨੱਪ ਕੇ ਉਸ ਦੇ ਕੋਲੋਂ ਇਹ ਕਾਨੂੰਨ ਰੱਦ ਕਰਵਾਉਣ ਦੇ ਲਈ ਜਿੱਤ ਦੀਆਂ ਬਰੂਹਾਂ ਦੇ ਉੱਤੇ ਖਲੋਤੇ ਹੋਏ ਹੋ। ਸੋ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਨੂੰ ਹੋਰ ਤੌਫੀਕ ਬਖਸ਼ਿਸ਼ ਕਰਨ, ਜਿਸ ਦੇ ਰਾਹੀਂ ਤੁਹਾਨੂੰ ਫਤਿਹ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪੂਰਨ ਸਿੰਘ ਕੈਲੀਫੋਰਨੀਆ ਤੋਂ। ਭਾਰਤ ਵਿੱਚ ਜੋ ਕਿਸਾਨਾਂ ਦੀ ਰੈਲੀ ਚੱਲ ਰਹੀ ਹੈ ਸੈਂਟਰਲ ਗੌਰਮੈਂਟ ਦੇ ਖਿਲਾਫ, ਔਰ ਅਸੀਂ ਸਾਰੇ ਕੀਰਤਨੀਏ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ ਕਿ ਖੇਤੀਬਾੜੀ ਨਾਲ ਸੰਬੰਧ ਰੱਖਦੇ ਹਾਂ, ਅਤੇ ਸੈਂਟਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜਿਹੜੇ 3 ਮਾਰੂ ਬਿੱਲ, ਕਿਸਾਨ ਵਿਰੋਧੀ ਬਿੱਲ, ਉਹ ਵਾਪਸ ਲਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਦੁਆਰ। 3 ਦਰਜੇ ਵਿਦਵਾਨਾਂ ਨੇ ਤਿਆਰ ਕੀਤੇ ਨੇ, ਮੰਨੇ ਨੇ ਕਿਰਤ ਦੇ, ਜਿਨ੍ਹਾਂ ਦੇ ਵਿੱਚ ਉੱਤਮ ਜਿਹੜਾ ਦਰਜਾ ਉਹ ਜ਼ਿਮੀਂਦਾਰਾਂ ਦਾ, ਖੇਤੀਬਾੜੀ ਕਰਨ ਵਾਲਿਆਂ ਦਾ, ਕਿਸਾਨਾਂ ਦਾ। ਔਰ ਇਹਨਾਂ ਦੀ ਕਮਾਈ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਇਹ ਦਿਨੇ ਰਾਤ, ਚਾਹੇ ਗਰਮੀ ਤੇ ਚਾਹੇ ਠੰਡ ਹੋਵੇ, ਇਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾ ਕੇ ਤੇ ਫਿਰ ਕਿਰਤ ਕਰਕੇ ਦਸਾਂ ਨੋਹਾਂ ਦੀ ਤੇ ਸਾਰੇ ਸੰਸਾਰ ਦਾ ਪੇਟ ਪਾਲਦੇ ਨੇ। ਇਸ ਲਈ ਇਹਨਾਂ ਨੂੰ ਸਾਰੇ ਸੰਸਾਰ ਦੇ ਦਾਤੇ ਕਿਹਾ ਜਾਂਦਾ ਹੈ। ਤਾਂ ਇਸ ਲਈ 2-3 ਮਹੀਨਿਆਂ ਤੋਂ ਵਿਚਾਰੇ ਸੜਕਾਂ ਤੇ ਬੈਠੇ ਨੇ, ਔਰ ਆਲ ਵਰਲਡ ਦੇ ਅੰਦਰ ਇਹਨਾਂ ਦੀ ਆਵਾਜ਼ ਤੇ ਗੂੰਜਾਂ ਪਾਉਣ ਲੱਗ ਪਈ ਹੈ। ਪਰ ਸਾਡੀ ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਆਵਾਜ਼ ਸੁਣੀ। ਮੈਂ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਵੀ ਜਾਗੋ ਤੇ ਜਾਗ ਕੇ ਇਹਨਾਂ ਕਿਸਾਨਾਂ ਦੀਆਂ ਗੱਲਾਂ ਸੁਣੋ। ਆਪਣੇ ਆਪ ਨੂੰ ਵੇਖੋ, ਜੇ ਭਲਾ ਤੁਹਾਨੂੰ ਖੇਤੀ ਕਰਨੀ ਪਵੇ, ਪਸੀਨੇ ਲੈਣੇ ਪੈਣ, ਠੰਡਾ ਝੱਲਣੀਆਂ ਪੈਣ ਤੇ ਕੀ ਹਾਲਤ ਬਣੇ। ਇਹ ਬਜ਼ੁਰਗ, ਬੀਬੀਆਂ, ਬੱਚੇ, ਨੌਜਵਾਨ ਕਿਵੇਂ ਵਿਚਾਰੇ ਸੜਕਾਂ ਦੇ ਉੱਤੇ ਜੂਝ ਰਹੇ ਨੇ। ਇਸ ਲਈ ਮੈਂ ਅਪੀਲ ਕਰਾਂਗਾ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਵੀ ਇਹਨਾਂ ਦੇ 3 ਬਿੱਲ ਤੇ 4ਥਾ ਬਿੱਲ ਬਿਜਲੀ ਦਾ ਮੁੱਢੋਂ ਹੀ ਰੱਦ ਕੀਤੇ ਜਾਣ, ਅਤੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਰੀਆਂ ਪ੍ਰਵਾਨ ਕਰਕੇ ਤੇ ਇਹਨਾਂ ਨੂੰ ਖੁਸ਼ੀਆਂ ਦੇ ਕੇ ਦਿੱਲੀ ਤੋਂ ਵਾਪਸ ਆਪੋ ਆਪਣੇ ਘਰਾਂ 'ਚ ਭੇਜਿਆ ਜਾਵੇ। ਮੈਂ ਇੱਕ ਗੱਲ ਯਾਦ ਕਰਾ ਦਿਆਂ, ਭਾਵੇਂ ਕਿ ਇਹਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ, ਇਹਨੂੰ ਵੱਖਵਾਦ ਸੋਚ ਦੇ ਨਾਲ ਜੋੜਿਆ ਜਾ ਰਿਹਾ ਹੈ,
ਪਰ ਇਹ ਸੰਘਰਸ਼ ਪੂਰੇ ਕਿਸਾਨਾਂ ਦਾ ਨਹੀਂ, ਪੂਰੇ ਭਾਰਤ ਵਰਸ਼ ਦਾ ਹੈ। ਤੇ ਭਾਰਤ ਦੇ ਹਰੇਕ ਨਾਗਰਿਕ ਨੂੰ ਇਹ ਅਪੀਲ ਹੈ ਵੀ ਇਹ ਸੰਘਰਸ਼ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ, ਬਲਕਿ ਸਮੁੱਚੇ ਹਿੰਦੁਸਤਾਨ ਦੇ ਨਾਗਰਿਕਾਂ ਦਾ ਸੰਘਰਸ਼ ਹੋਣਾ ਚਾਹੀਦਾ। ਇੱਕ ਰੈਵੋਲੂਸ਼ਨ ਹੈ ਇਸ ਕੰਟਰੀ ਦਾ, ਜਿਹਦੇ ਵਿੱਚ ਸ਼ਾਇਦ ਕਰਪਸ਼ਨ ਨੂੰ ਠੱਲ ਪਾਈ ਜਾ ਸਕੇ, ਕਿਉਂਕਿ ਇਕਨੋਮੀ ਜਿਹੜੀ ਆ ਉਹ 75% ਕਿਸਾਨੀ ਦੇ ਨਾਲ ਜੁੜੀ ਆ। ਭਾਵੇਂ ਕਿ ਇਹ ਕਾਲੇ ਕਾਨੂੰਨਾਂ ਰਾਹੀਂ ਜਿਹੜਾ ਅਮੀਰ ਉਹ ਹੋਰ ਅਮੀਰ ਹੋਏ, ਜਿਹੜਾ ਗਰੀਬ ਉਹ ਹੋਰ ਗਰੀਬ ਹੋ ਜਾਏ, ਜਾਂ ਗਰੀਬ ਹੀ ਰਵੇ ਤੇ ਉਹ ਸਾਰੀ ਉਮਰ ਸਟਰਗਲ ਹੀ ਕਰਦਾ ਰਵੇ, ਇਹ ਨੀਤੀ ਜਿਹੜੀ ਆ ਪੁਰਾਣੇ ਸਮੇਂ 'ਚ ਚੱਲਦੀ ਹੁੰਦੀ ਸੀ। ਪਰ ਹੁਣ ਭਾਰਤ ਦਾ ਕਿਸਾਨ, ਪੰਜਾਬ ਦਾ ਕਿਸਾਨ ਉਹ ਹੁਣ ਅਵੇਅਰ ਹੋ ਚੁੱਕਾ, ਜਾਗ ਚੁੱਕਾ। ਸੋ ਅਸੀਂ ਸਮੂਹ ਸਾਬਕਾ ਕੀਰਤਨੀ ਹਰਿਮੰਦਰ ਸਾਹਿਬ ਅਤੇ ਹੋਰ ਵੀ ਸਾਡੇ ਭਰਾ ਜਿਹੜੇ ਪ੍ਰਚਾਰਕ ਨੇ, ਜਿਹੜੇ ਬਾਹਰਲੇ ਕੰਟਰੀਆਂ ਦੇ ਵਿੱਚ ਇਸ ਟਾਈਮ ਜਿੱਥੇ ਆਪਣੀ ਕਿਰਤ ਵਿਰਤ ਕਰਦੇ ਨੇ, ਉੱਥੇ ਆਪਣੇ ਇਸ ਪ੍ਰੋਫੈਸ਼ਨ ਨਾਲ ਵੀ ਜੁੜੇ ਨੇ, ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ 'ਤੇ ਅਸੀਂ ਇਸ ਕਿਸਾਨੀ ਸੰਘਰਸ਼ ਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਅਤੇ ਨਾਲ ਮੈਂ ਯਾਦ ਕਰਵਾ ਦਿਆਂ, ਬਹੁਤ ਸਾਰੇ ਲੋਕ ਇਸ ਸੰਘਰਸ਼ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਅਸੀਂ ਕੀਰਤਨੀਆਂ ਵੱਲੋਂ, ਪ੍ਰਚਾਰਕਾਂ ਵੱਲੋਂ ਤੁਹਾਨੂੰ ਸਾਰੇ ਭਰਾਵਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਇਹ ਸੁਨੇਹਾ ਦਿੰਦੇ ਹਾਂ, ਜਿੱਥੇ ਅਸੀਂ ਤੁਹਾਡੇ ਸਾਰਿਆਂ ਲਈ ਅਰਦਾਸਾਂ ਕਰ ਰਹੇ ਹਾਂ, ਉੱਥੇ ਜੇ ਕਿਤੇ ਤਨ, ਮਨ ਅਤੇ ਧਨ ਦੀ ਵੀ ਲੋੜ ਪਈ, ਅਸੀਂ ਸਮੁੱਚੇ ਕੀਰਤਨੀਏ ਜਿਹੜੇ ਕਿ ਆਪਣੀ ਕਿਰਤ ਵਿਰਤ ਕਰਦੇ ਨੇ, ਉਹ ਅਸੀਂ ਆਪਣੀ ਕਿਰਤ ਵਿੱਚੋਂ, ਆਪਣੀ ਜਿਹੜੀ ਮਿਹਨਤ ਮੁਸ਼ੱਕਤ ਦੀ ਕਮਾਈ ਦੇ ਵਿੱਚੋਂ ਆਪਣੇ ਦਸਵੰਧ ਦੇ ਰੂਪ 'ਚ ਵਿੱਚ ਤੁਹਾਨੂੰ ਜੇ ਮਾਇਆ ਦੀ ਲੋੜ ਵੀ ਪਈ ਤਾਂ ਅਸੀਂ ਸਾਰੇ ਭੇਜਾਂਗੇ। ਅਸੀਂ ਕਿਸੇ ਕੋਲੋਂ ਤੁਹਾਡੇ ਨਾਂ 'ਤੇ ਕੋਈ ਉਗਰਾਹੀ ਨਹੀਂ ਕਰਨੀ, ਕੋਈ ਕਿਸੇ ਕੋਲ ਪੈਸਾ ਨਹੀਂ ਮੰਗਣਾ। ਸੋ ਸਾਡੇ ਆਪਣੇ ਕੀਰਤਨੀਆਂ ਦਾ, ਪ੍ਰਚਾਰਕਾਂ ਦਾ ਇਹ ਫੈਸਲਾ ਵੀ ਅਸੀਂ ਰਲ ਕੇ ਜੇ ਲੋੜ ਪਈ ਤਾਂ ਤੁਹਾਡੇ ਨਾਲ ਹਰ ਤਰ੍ਹਾਂ ਖੜ੍ਹੇ ਹੋਵਾਂਗੇ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਅਤੇ ਹਰ ਤਰ੍ਹਾਂ ਤੁਹਾਡੇ ਨਾਲ ਮੋਰਲੀ ਅਤੇ ਹਰ ਪੱਖੋਂ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਤੁਹਾਡੇ ਲਈ ਹਮੇਸ਼ਾ ਅਰਦਾਸਾਂ ਕਰਦੇ ਰਹਾਂਗੇ। ਸਾਡੇ ਸਾਰੇ ਭਰਾ ਜਿਹੜੇ ਨੇ, ਕਿਸਾਨ ਭਰਾ ਨੇ, ਇਸ ਸੰਘਰਸ਼ ਨੂੰ ਫਤਿਹ ਕਰਕੇ ਘਰਾਂ 'ਚ ਮੁੜਨ, ਇਹ ਸਾਡੀ ਅਰਦਾਸ ਹੈ ਜੀ। ਆਓ ਸਾਰੇ ਪ੍ਰਚਾਰਕਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।